ਮੇਰੇ ਵਿਆਹ ਨੂੰ ਹਲੇ 1 ਹਫ਼ਤਾ ਹੀ ਹੋਇਆ ਸੀ ਕਿ ਮੈਨੂੰ ਘਰ ਦੀ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਗਈ। ਮੈਂ ਤਾਂ ਅਜੇ ਆਪਣੇ ਘਰ ਨੂੰ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਸੀ। ਜਾਣਦੀ ਵੀ ਕਿਵੇਂ, ਮੈਨੂੰ ਆਏ ਹੋਏ ਹਲੇ ਦਿਨ ਹੀ ਕਿੰਨੇ ਹੋਏ ਸੀ। ਮੇਰੇ ਪਤੀ ਦੀ ਇੱਕ ਲੱਤ ਖਰਾਬ ਸੀ, ਪਰ ਉਹ ਇੱਕ ਬਹੁਤ ਚੰਗਾ ਇਨਸਾਨ ਸੀ। ਸਾਰੇ ਉਸਦੇ ਬਾਰੇ ਵਿੱਚ ਚੰਗੀਆਂ-ਚੰਗੀਆਂ ਗੱਲਾਂ ਕਰਦੇ ਸਨ ਅਤੇ ਉਹ ਵੀ ਦਿਲ ਦਾ ਇਮਾਨਦਾਰ ਸੀ। ਬਸ ਇਸੇ ਕਾਰਨ ਪਾਪਾ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਮੇਰਾ ਵਿਆਹ ਕੁਲਵਿੰਦਰ ਨਾਲ ਕਰ ਦਿੱਤਾ ਸੀ। ਕੁਲਵਿੰਦਰ ਕੋਲ ਰਹਿਣ ਲਈ ਨਾ ਹੀ ਕੋਈ ਆਲੀਸ਼ਾਨ ਘਰ ਸੀ ਅਤੇ ਨਾ ਹੀ ਬੈਂਕ ਬੈਲੈਂਸ। ਗੱਲ ਬਸ ਇੰਨੀ ਸੀ ਕਿ ਉਹ ਨਿੱਘੇ ਸੁਭਾਅ ਦੇ ਮਾਲਕ ਸਨ। ਪਾਪਾ ਨੂੰ ਮੇਰੇ ਨਾਜ਼ੁਕ ਸੁਭਾਅ ਦਾ ਵੀ ਪਤਾ ਸੀ, ਇਸ ਲਈ ਉਹ ਚਾਹੁੰਦੇ ਸਨ ਕਿ ਮੇਰਾ ਵਿਆਹ ਕਿਸੇ ਨਿੱਘੇ ਸੁਭਾਅ ਦੇ ਮੁੰਡੇ ਨਾਲ ਹੋ ਜਾਵੇ ਜੋ ਮੇਰੀ ਕਿਸੇ ਗੱਲ ਦਾ ਬੁਰਾ ਨਾ ਮੰਨੇ। ਕਹਿੰਦੇ ਹਨ ਕਿ ਅਕਸਰ ਗਰੀਬ ਲੋਕਾਂ ਕੋਲ ਹੀ ਨਿਮਰਤਾ ਵਾਲੇ ਗੁਣ ਹੁੰਦੇ ਹਨ। ਇਸ ਲਈ ਮੈਂ ਸੋਚ ਲਿਆ ਸੀ ਕਿ ਮੇਰਾ ਪਤੀ ਬੇਸ਼ੱਕ ਜੇਬ ਦਾ ਹਲਕਾ ਹੋਵੇ, ਪਰ ਦਿਲ ਦਾ ਨਰਮ ਹੋਣਾ ਚਾਹੀਦਾ ਹੈ। ਮੇਰੇ ਲਈ ਕਦੇ ਵੀ ਉਸਦੇ ਦਿਲ ਵਿੱਚ ਕੜਵਾਹਟ ਨਾ ਆਵੇ। ਇਹਨਾਂ ਗੱਲਾਂ ਕਰਕੇ ਹੀ ਕੁਲਵਿੰਦਰ ਮੈਨੂੰ ਚੰਗੇ ਲੱਗਣ ਲੱਗੇ ਸੀ। ਇੱਕ ਲੱਤ ਖਰਾਬ ਹੋਣ ਦੇ ਬਾਵਜੂਦ ਵੀ ਉਹ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਅਤੇ ਦਿਨ ਭਰ ਦੀ ਮਿਹਨਤ ਮਜ਼ਦੂਰੀ ਤੋਂ ਬਾਅਦ ਜੋ ਵੀ ਬਚਦਾ ਉਹ ਮੇਰੇ ਹੱਥ ਤੇ ਲਿਆ ਕੇ ਰੱਖ ਦਿੰਦੇ। ਉਹਨਾਂ ਕਰਕੇ ਮੇਰਾ ਵੀ ਇਹੀ ਮਨ ਕਰਦਾ ਕਿ ਮੈਂ ਉਸ ਘਰ ਦੀ ਭਲਾਈ ਲਈ ਕੰਮ ਕਰਾਂ। ਮੈਂ ਉਹਨਾਂ ਔਰਤਾਂ ਵਿੱਚੋਂ ਨਹੀਂ ਜੋ ਆਪਣੇ ਨਾਜ਼ੁਕ ਸੁਭਾਅ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੀਆਂ ਹਨ। ਮੈਂ ਤਾਂ ਆਪਣਾ ਘਰ ਤੱਕ ਆਪ ਬਣਾਉਣ ਦੀ ਸੋਚਦੀ ਸੀ। ਪੱਥਰ, ਮਿੱਟੀ, ਗਾਰਾ, ਇਹ ਸਭ ਚੀਜ਼ਾਂ ਇਕੱਠੀਆਂ ਕਰਨ ਦਾ ਵੀ ਮੈਂ ਸੋਚਿਆ ਸੀ ਕਿ ਜੇਕਰ ਆਪਣਾ ਘਰ ਬਣਾਉਣਾ ਪਿਆ ਤਾਂ ਮੈਂ ਮਜ਼ਦੂਰੀ ਵੀ ਕਰ ਲਵਾਂਗੀ। ਮੈਨੂੰ ਇਸ ਵਿੱਚ ਕੋਈ ਸ਼ਰਮ ਨਹੀਂ ਸੀ, ਪਰ ਮੈਂ ਨਹੀਂ ਜਾਣਦੀ ਸੀ ਕਿ ਖੁਸ਼ਹਾਲੀ ਵੀ ਸਾਡੇ ਘਰ ਦਾ ਦਰਵਾਜ਼ਾ ਖੜਕਾ ਸਕਦੀ ਹੈ। ਘਰ ਦਾ ਕੰਮ ਕਰਦੇ ਹੋਏ ਮੈਨੂੰ ਅੱਜ 3 ਦਿਨ ਹੋ ਗਿਆ ਸੀ। ਜਦੋਂ ਮੈਂ ਸਫਾਈ ਕਰਨ ਲਈ ਆਪਣੇ ਘਰ ਦਾ ਇੱਕ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਖੁੱਲ੍ਹਦੇ ਹੀ ਸਾਹਮਣੇ ਇੱਕ ਆਦਮੀ ਖੜਾ ਸੀ, ਜਿਸ ਦੀਆਂ ਅੱਖਾਂ ਸੁਰਖ ਲਾਲ ਸਨ ਅਤੇ ਉਸਦੇ ਵਾਲ ਵੀ ਖਿੰਡੇ ਹੋਏ ਸਨ। ਉਸ ਆਦਮੀ ਨੂੰ ਆਪਣੇ ਘਰ ਵਿੱਚ ਦੇਖ ਕੇ ਮੈਂ ਡਰ ਗਈ ਸੀ, ਬਲਕਿ ਮੈਂ ਤਾਂ ਚੀਕ ਮਾਰਨ ਲੱਗੀ ਸੀ। ਮੈਨੂੰ ਲੱਗਿਆ ਇਹ ਕੋਈ ਚੋਰ ਜਾਂ ਨਸ਼ੇੜੀ ਹੈ ਜੋ ਸਾਡੇ ਘਰ ਆ ਗਿਆ ਹੈ। ਇੰਨੇ ਵਿੱਚ ਮੇਰੀ ਸੱਸ ਭੱਜੀ ਆਈ। "ਤੂੰ ਇਹ ਕੀ ਕਰ ਦਿੱਤਾ ਜੀਤੋ? ਇਸ ਕਮਰੇ ਦੀ ਸਫਾਈ ਕਰਨ ਦੀ ਜ਼ਰੂਰਤ ਨਹੀਂ ਹੈ, ਇੱਥੇ ਮੈਂ ਸਫਾਈ ਕਰਾਂਗੀ।" ਮੇਰੀ ਸੱਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਦਰਵਾਜ਼ਾ ਬੰਦ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ, "ਮੰਮੀ ਜੀ, ਇਹ ਕੌਣ ਹਨ? ਤੁਸੀਂ ਮੈਨੂੰ ਦੱਸਿਆ ਨਹੀਂ?" ਉਹ ਆਦਮੀ ਮੈਨੂੰ ਘੂਰ ਕੇ ਦੇਖਦਾ ਹੋਇਆ ਵਾਪਸ ਆਪਣੇ ਕਮਰੇ ਵਿੱਚ ਚਲਾ ਗਿਆ ਸੀ। ਜਦੋਂ ਕਿ ਮੈਂ ਸੋਚ ਰਹੀ ਸੀ ਕਿ ਜੇਕਰ ਇਹ ਇੰਨਾ ਖਤਰਨਾਕ ਆਦਮੀ ਇਸ ਘਰ ਦਾ ਹਿੱਸਾ ਹੈ ਤਾਂ ਮੇਰਾ ਇੱਥੇ ਰਹਿਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ। ਮੈਨੂੰ ਡਰ ਲੱਗਣ ਲੱਗਿਆ ਸੀ। ਪਰ ਫਿਰ ਮੇਰੀ ਸੱਸ ਨੇ ਮੈਨੂੰ ਦੱਸਿਆ ਕਿ ਇਹ ਤਾਂ ਤੇਰਾ ਦਿਓਰ ਹੈ ਅਤੇ ਇਹ ਸਾਡੇ ਲਈ ਸਭ ਤੋਂ ਜ਼ਿਆਦਾ ਕਿਸਮਤ ਵਾਲਾ ਅਤੇ ਸਤਿਕਾਰਯੋਗ ਹੈ। ਮੈਂ ਪੁੱਛਿਆ, "ਕਿਉਂ?" ਤਾਂ ਸੱਸ ਨੇ ਕਿਹਾ ਕਿ ਤੇਰਾ ਦਿਓਰ ਹੀ ਇਸ ਘਰ ਦਾ ਖਰਚਾ ਚਲਾਉਂਦਾ ਹੈ। ਇਹ ਸੁਣ ਕੇ ਮੈਨੂੰ ਥੋੜ੍ਹੀ ਹੈਰਾਨੀ ਹੋਈ। ਫਿਰ ਮੇਰੀ ਸੱਸ ਨੇ ਮੈਨੂੰ ਰਸੋਈ ਵਿੱਚ ਬੁਲਾਇਆ ਅਤੇ ਮੈਨੂੰ ਮੱਖਣ ਨਾਲ ਚੋਪੜੀ ਹੋਈ ਰੋਟੀ ਅਤੇ ਚਾਹ ਦਿੱਤੀ ਅਤੇ ਕਹਿਣ ਲੱਗੀ ਕਿ ਇਹ ਆਪਣੇ ਦਿਓਰ ਨੂੰ ਦੇ ਕੇ ਆ। ਮੈਨੂੰ ਬੜੀ ਹੈਰਾਨੀ ਹੋਈ, ਕਿਉਂਕਿ ਅੱਜ ਤੱਕ ਮੇਰੀ ਸੱਸ ਨੇ ਮੈਨੂੰ ਦੇਸੀ ਘਿਓ ਦਾ ਇੱਕ ਚਮਚ ਤੱਕ ਨਹੀਂ ਦਿੱਤਾ ਸੀ, ਜਾਂ ਘੱਟੋ ਘੱਟ ਬਹੂ ਨੂੰ ਨਾ ਸਹੀ ਆਪਣੇ ਮੁੰਡੇ ਨੂੰ ਤਾਂ ਦੇ ਸਕਦੀ ਸੀ। ਮੇਰਾ ਪਤੀ ਜੋ ਦਿਨ ਰਾਤ ਮਿਹਨਤ ਕਰਦਾ ਸੀ, ਉਹਨਾਂ ਨੂੰ ਤਾਂ ਕਦੇ ਦੇਸੀ ਘਿਓ ਜਾਂ ਮੱਖਣ ਦੇਖਣ ਨੂੰ ਵੀ ਨਹੀਂ ਮਿਲਦਾ ਸੀ। ਮੈਨੂੰ ਮੰਮੀ ਜੀ ਦੀ ਇਸ ਨਾਇਨਸਾਫ਼ੀ 'ਤੇ ਬੜੀ ਹੈਰਾਨੀ ਹੋਈ ਸੀ, ਪਰ ਮੈਂ ਚੁੱਪ ਰਹੀ। ਸੋਚਿਆ ਕਿ ਇਸ ਘਰ ਵਿੱਚ ਨਵੀਂ ਹਾਂ, ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੈਂ ਇਸ ਘਰ ਦੇ ਤੌਰ ਤਰੀਕਿਆਂ ਨੂੰ ਸਮਝਣ ਲੱਗਾ। ਅਸਲ ਵਿੱਚ ਮੇਰਾ ਪਤੀ ਸਵੇਰੇ ਉੱਠਦੇ ਹੀ ਕੰਮ ਤੇ ਚਲਾ ਜਾਂਦਾ ਸੀ। ਵਾਪਸੀ 'ਤੇ ਥੱਕਿਆ ਹਾਰਾ ਹੁੰਦਾ, ਪਰ ਉਸਦੀ ਇਸ ਘਰ ਵਿੱਚ ਕੋਈ ਇੱਜ਼ਤ ਨਹੀਂ ਸੀ। ਜੇਕਰ ਇੱਜ਼ਤ ਸੀ ਤਾਂ ਮੇਰੇ ਦਿਓਰ ਦੀ ਸੀ, ਜੋ ਬਸ ਹਰ ਵੇਲੇ ਘਰ ਵਿੱਚ ਹੀ ਰਹਿੰਦਾ ਸੀ। ਮੈਂ ਤਾਂ ਸਮਝੀ ਸੀ ਕਿ ਉਹ ਵੀ ਕਿਸੇ ਸਰਕਾਰੀ ਦਫ਼ਤਰ ਵਿੱਚ ਕੰਮ ਕਰਨ ਜਾਂਦਾ ਹੋਵੇਗਾ, ਪਰ ਅਗਲੇ ਦਿਨ ਮੈਂ ਜਦੋਂ ਉਸਨੂੰ ਸਾਰਾ ਦਿਨ ਘਰ ਵਿੱਚ ਹੀ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਆਖਿਰ ਅਜਿਹਾ ਕਿਹੜਾ ਕੰਮ ਸੀ ਜਿਸ ਨੂੰ ਕਰਨ ਤੋਂ ਬਾਅਦ ਇਹਨਾਂ ਕੋਲ ਇੰਨੇ ਪੈਸੇ ਆ ਜਾਂਦੇ ਸਨ? ਮੈਂ ਇਹ ਗੱਲਾਂ ਸੋਚ ਹੀ ਰਹੀ ਸੀ ਕਿ ਮੈਨੂੰ ਮੇਰੀ ਸੱਸ ਨੇ ਆਵਾਜ਼ ਮਾਰ ਲਈ। ਮੈਂ ਦੇਖਿਆ ਕਿ ਉਹ ਵੱਡੇ ਸਾਰੇ ਪਤੀਲੇ ਵਿੱਚ ਚਾਹ ਬਣਾ ਰਹੀ ਸੀ। ਇਹ ਚਾਹ ਤਕਰੀਬਨ 10-15 ਬੰਦਿਆਂ ਲਈ ਹੋਵੇਗੀ। ਮੈਂ ਪੁੱਛਿਆ, "ਮੰਮੀ ਜੀ, ਤੁਸੀਂ ਇੰਨੀ ਚਾਹ ਕਿਉਂ ਬਣਾ ਰਹੇ ਹੋ?" ਉਹ ਬੋਲੀ, "ਬੰਟੀ ਕੋਲ ਬਹੁਤ ਸਾਰੇ ਮਰੀਜ਼ ਆਉਂਦੇ ਹਨ ਜਿਨ੍ਹਾਂ ਦਾ ਉਹ ਇਲਾਜ ਕਰਦਾ ਹੈ।" ਮੈਂ ਖੁਸ਼ ਹੁੰਦੇ ਹੋਏ ਕਿਹਾ, "ਅੱਛਾ, ਤਾਂ ਵੀਰ ਜੀ ਡਾਕਟਰ ਹਨ?" ਮੇਰੀ ਸੱਸ ਬੋਲੀ, "ਨਹੀਂ, ਡਾਕਟਰ ਤਾਂ ਮਹੀਨਾ ਲੋਕਾਂ ਦਾ ਇਲਾਜ ਕਰਦੇ ਹਨ। ਮੇਰਾ ਮੁੰਡਾ ਤਾਂ ਬਸ ਇੱਕ ਗੋਲੀ ਪਾਣੀ ਜਾਂ ਦੁੱਧ ਵਿੱਚ ਘੋਲ ਕੇ ਲੋਕਾਂ ਨੂੰ ਪਿਲਾਉਂਦਾ ਹੈ, ਜਿਸ ਨਾਲ ਉਹਨਾਂ ਦੀ ਤਾਕਤ ਘੋੜੇ ਵਰਗੀ ਹੋ ਜਾਂਦੀ ਹੈ ਅਤੇ ਉਹ ਦੁਬਾਰਾ ਕਦੇ ਬਿਮਾਰ ਨਹੀਂ ਹੁੰਦੇ।" ਇਸ ਤਰ੍ਹਾਂ ਖੁਸ਼ ਹੁੰਦੇ ਜਾਂਦੇ ਹਨ ਅਤੇ ਹੋਰ ਲੋਕਾਂ ਨੂੰ ਵੀ ਮੇਰੇ ਮੁੰਡੇ ਬਾਰੇ ਦੱਸਦੇ ਹਨ।
ਬਸ ਇਸੇ ਕਰਕੇ ਬੰਟੀ ਕੋਲ ਬਹੁਤ ਸਾਰੇ ਲੋਕ ਆਉਂਦੇ ਰਹਿੰਦੇ ਹਨ। ਮੇਰੀ ਸੱਸ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਵੀ ਕਰ ਦਿੱਤਾ ਸੀ, ਕਿਉਂਕਿ ਅਜੇ ਤੱਕ ਮੈਂ ਆਪਣੇ ਦਿਓਰ ਦੇ ਕਮਰੇ ਵਿੱਚ ਕਿਸੇ ਨੂੰ ਵੀ ਜਾਂਦੇ ਨਹੀਂ ਦੇਖਿਆ ਸੀ। ਮੈਂ ਸੋਚਿਆ ਕਿ ਬੰਟੀ ਦੇ ਕਮਰੇ ਵਿੱਚ ਆਉਂਦੇ ਜਾਂਦੇ ਲੋਕਾਂ ਨੂੰ ਦੇਖਾਂਗੀ ਕਿ ਆਖਰ ਉਹਨਾਂ ਨੂੰ ਕੀ ਬਿਮਾਰੀ ਹੈ ਜੋ ਬੰਟੀ ਹੀ ਠੀਕ ਕਰ ਸਕਦਾ ਹੈ। ਮੇਰਾ ਕੰਮ ਬੰਟੀ ਨੂੰ ਰੋਟੀ ਦੇਣਾ ਹੁੰਦਾ ਸੀ। ਪਹਿਲਾਂ ਪਹਿਲਾਂ ਤਾਂ ਮੇਰੀ ਸੱਸ ਮੈਨੂੰ ਉਸਦੇ ਕਮਰੇ ਦੇ ਨੇੜੇ ਵੀ ਨਹੀਂ ਜਾਣ ਦਿੰਦੀ ਸੀ, ਪਰ ਹੁਣ ਇੰਨਾ ਤਾਂ ਵਿਸ਼ਵਾਸ ਕਰਨ ਲੱਗੀ ਸੀ ਕਿ ਮੈਨੂੰ ਹੀ ਰੋਟੀ ਦੇ ਕੇ ਉਸਦੇ ਕਮਰੇ ਵਿੱਚ ਭੇਜ ਦਿੰਦੀ ਅਤੇ ਅਕਸਰ ਉਸਦੇ ਮਰੀਜ਼ਾਂ ਲਈ ਚਾਹ ਵੀ ਮੈਂ ਹੀ ਲੈ ਕੇ ਜਾਂਦੀ। ਕਮਰੇ ਵਿੱਚ ਜ਼ਿਆਦਾ ਮਰੀਜ਼ ਨਹੀਂ ਹੁੰਦੇ ਸਨ। ਇੱਕ ਦੋ ਮਰੀਜ਼ ਹੁੰਦੇ ਜਿਸ ਨੂੰ ਉਹ ਦੇਖਣ ਵੀ ਨਾ ਦਿੰਦਾ ਅਤੇ ਚਾਹ ਲੈਣ ਆਪ ਹੀ ਕਮਰੇ ਤੋਂ ਬਾਹਰ ਆ ਜਾਂਦਾ। ਇੱਕ ਦਿਨ ਸਫਾਈ ਦੇ ਬਹਾਨੇ ਮੈਂ ਬਾਹਰ ਵਿਹੜੇ ਵਿੱਚ ਹੀ ਖੜੀ ਸੀ, ਕਦੇ ਝਾੜੂ ਲਗਾਉਂਦੀ ਅਤੇ ਕਦੇ ਚੀਜ਼ਾਂ ਨੂੰ ਇੱਧਰ ਉੱਧਰ ਠੀਕ ਕਰਕੇ ਰੱਖਣ ਲੱਗ ਜਾਂਦੀ। ਮੇਰੀ ਸੱਸ ਨੂੰ ਅੰਦਾਜ਼ਾ ਤੱਕ ਵੀ ਨਾ ਹੋਇਆ ਕਿ ਮੈਂ ਬੰਟੀ ਦੇ ਕਮਰੇ ਦੇ ਬਾਹਰ ਖੜੀ ਹਾਂ। ਅਸਲ ਵਿੱਚ ਮੈਂ ਅੰਦਾਜ਼ਾ ਲਗਾ ਰਹੀ ਸੀ ਕਿ ਇੱਥੇ ਜ਼ਿਆਦਾਤਰ ਕਿਹੜੇ ਮਰੀਜ਼ ਆਉਂਦੇ ਜਾਂਦੇ ਹਨ। ਕਦੇ ਕਦੇ ਇਨਸਾਨ ਦੇ ਦਿਲ ਵਿੱਚ ਬਿਨਾਂ ਗੱਲ ਦੇ ਸ਼ੱਕ ਪੈਦਾ ਹੋ ਜਾਂਦਾ ਹੈ। ਬਸ ਇਹ ਵੀ ਅਜਿਹੀ ਹੀ ਗੱਲ ਸੀ। ਤਕਰੀਬਨ ਸਵੇਰ ਦੇ 9 ਵਜੇ ਤੱਕ ਕੋਈ ਨਹੀਂ ਆਇਆ ਸੀ। ਮੈਂ ਦੇਖਦੀ ਰਹੀ। ਮੈਨੂੰ ਲੱਗਿਆ ਕਿ ਮੈਂ ਆਪਣਾ ਸਮਾਂ ਖਰਾਬ ਕਰ ਰਹੀ ਹਾਂ, ਪਰ ਉਸੇ ਵੇਲੇ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਔਰਤ ਪਰੇਸ਼ਾਨੀ ਦੀ ਹਾਲਤ ਵਿੱਚ ਖੜੀ ਸੀ ਅਤੇ ਉਸਦੇ ਨਾਲ ਉਸਦਾ ਮੁੰਡਾ ਵੀ ਸੀ। ਔਰਤ ਦੀ ਉਮਰ ਇਹੀ ਕੋਈ 40-50 ਸਾਲ ਹੋਵੇਗੀ, ਜਦੋਂ ਕਿ ਉਸਦਾ ਮੁੰਡਾ 20-22 ਸਾਲ ਦਾ ਸੀ। ਮੈਂ ਦੇਖਿਆ ਕਿ ਉਹ ਬਹੁਤ ਸੋਹਣਾ ਮੁੰਡਾ ਸੀ। ਉਸਦਾ ਰੰਗ ਚਿੱਟਾ ਅਤੇ ਗੱਲਾਂ ਲਾਲ ਸਨ। ਉਸਦੀ ਸਿਹਤ ਵੀ ਸੋਹਣੀ ਸੀ, ਪਰ ਉਹ ਲੰਗੜਾ ਕੇ ਚੱਲ ਰਿਹਾ ਸੀ। ਮੈਂ ਆਪਣੇ ਦਿਓਰ ਵੱਲ ਵੇਖਿਆ। ਉਹ ਤੁਰੰਤ ਬਾਹਰ ਆਇਆ ਅਤੇ ਉਸ ਮੁੰਡੇ ਨੂੰ ਮੋਢੇ ਦਾ ਸਹਾਰਾ ਦੇ ਕੇ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉਹ ਔਰਤ ਵਾਪਸ ਚਲੀ ਗਈ। ਮੈਂ ਇਹ ਦੇਖ ਕੇ ਸੋਚਣ ਲੱਗੀ ਕਿ ਆਖਰ ਉਸ ਮੁੰਡੇ ਨੂੰ ਕੀ ਬਿਮਾਰੀ ਸੀ। ਉਹ ਸਿਰਫ ਲੰਗੜਾ ਕੇ ਚੱਲ ਰਿਹਾ ਸੀ। ਇਹ ਸੋਚ ਮੇਰੇ ਦਿਮਾਗ ਵਿੱਚ ਆਈ ਤਾਂ ਹੋਰ ਵੀ ਬਹੁਤ ਕੁਝ ਮੇਰੇ ਦਿਮਾਗ ਵਿੱਚ ਚੱਲਣ ਲੱਗਿਆ ਸੀ। ਥੋੜ੍ਹੀ ਹੀ ਦੇਰ ਬਾਅਦ ਇੱਕ ਹੋਰ ਆਦਮੀ ਆਇਆ, ਜਿਸ ਦੀ ਸਿਹਤ ਵੀ ਚੰਗੀ ਸੀ। ਬਸ ਉਹ ਵੀ ਲੰਗੜਾ ਕੇ ਚੱਲ ਰਿਹਾ ਸੀ। ਮੇਰੇ ਦਿਓਰ ਨੇ ਉਸ ਨੂੰ ਵੀ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਹੁਣ ਤਾਂ ਮੈਂ ਜ਼ਰੂਰ ਜਾਣਨਾ ਚਾਹੁੰਦੀ ਸੀ ਕਿ ਇਸ ਕੋਲ ਅਜਿਹਾ ਕਿਹੜਾ ਇਲਾਜ ਹੈ ਜੋ ਲੋਕ ਇੱਕ ਗੋਲੀ ਨਾਲ ਹੀ ਠੀਕ ਹੋ ਜਾਂਦੇ ਹਨ। ਹਾਲੇ ਮੈਂ ਇਹ ਸੋਚ ਹੀ ਰਹੀ ਸੀ ਕਿ ਦੁਬਾਰਾ ਦਰਵਾਜ਼ਾ ਖੜਕਣ ਦੀ ਆਵਾਜ਼ ਆਈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਔਰਤ ਖੜੀ ਸੀ, ਜੋ ਕਿ ਬਹੁਤ ਗੁੱਸੇ ਵਿੱਚ ਲੱਗ ਰਹੀ ਸੀ। ਮੇਰੇ ਦਿਓਰ ਦਾ ਨਾਮ ਲੈ ਕੇ ਬੋਲੀ, "ਉਸ ਨੂੰ ਬੁਲਾਓ। ਉਹ ਬਹੁਤ ਹੀ ਨਿਰਦਈ ਅਤੇ ਬੁਰਾ ਆਦਮੀ ਹੈ। ਉਸਨੇ ਮੇਰੇ ਬੱਚੇ ਦਾ ਇਹ ਕੀ ਹਾਲ ਕਰ ਦਿੱਤਾ ਹੈ। ਮੈਂ ਉਸਨੂੰ ਜਿਉਂਦਾ ਨਹੀਂ ਛੱਡਾਂਗੀ। ਜੇਕਰ ਉਹ ਮੈਨੂੰ ਮਿਲ ਜਾਵੇ ਤਾਂ ਮੇਰੇ ਹੱਥੋਂ ਉਸਦਾ ਕਤਲ ਹੋ ਜਾਵੇਗਾ।" ਉਸ ਔਰਤ ਦੀਆਂ ਗੱਲਾਂ ਸੁਣ ਕੇ ਮੈਂ ਤਾਂ ਘਬਰਾ ਗਈ। ਇੰਨੇ ਵਿੱਚ ਮੇਰੀ ਸੱਸ ਵੀ ਆ ਗਈ। ਉਸਨੇ ਜਦੋਂ ਇਸ ਔਰਤ ਨੂੰ ਚੀਕਦੇ ਹੋਏ ਦੇਖਿਆ ਤਾਂ ਉਸਨੂੰ ਪੁੱਛਿਆ ਕਿ ਕੀ ਗੱਲ ਹੈ। ਤਾਂ ਉਸ ਔਰਤ ਨੇ ਦੱਸਿਆ ਕਿ ਤੇਰੇ ਮੁੰਡੇ ਨੇ ਮੇਰੇ ਬੱਚੇ ਦਾ ਗਲਤ ਇਲਾਜ ਕੀਤਾ ਹੈ, ਜਿਸ ਕਰਕੇ ਉਸਦਾ ਦਰਦ ਨਾਲ ਬੁਰਾ ਹਾਲ ਹੈ। ਮੇਰੀ ਸੱਸ ਬੋਲਣ ਲੱਗੀ, "ਹਾਏ ਹਾਏ ਭੈਣ, ਤੂੰ ਪਾਗਲ ਤਾਂ ਨਹੀਂ ਹੋ ਗਈ ਹੈ? ਮੇਰਾ ਮੁੰਡਾ ਕਿਸੇ ਦਾ ਇਲਾਜ ਨਹੀਂ ਕਰਦਾ ਅਤੇ ਤੂੰ ਤਾਂ ਪਤਾ ਨਹੀਂ ਕਿੱਥੇ ਕਿੱਥੇ ਆਪਣੇ ਮੁੰਡੇ ਦਾ ਇਲਾਜ ਕਰਵਾਇਆ ਹੈ। ਸਾਨੂੰ ਕੀ ਪਤਾ ਉਹ ਕਿਸ ਬਿਮਾਰੀ ਕਾਰਨ ਬਿਮਾਰ ਹੋਇਆ ਹੈ। ਹੋ ਸਕਦਾ ਹੈ ਉਸਨੂੰ ਕਿਸੇ ਹੋਰ ਦਵਾਈ ਕਰਕੇ ਇਹ ਬਿਮਾਰੀ ਲੱਗੀ ਹੋਵੇ ਜਿਹੜੀ ਤੂੰ ਦੱਸ ਰਹੀ ਹੈ। ਬਿਨਾਂ ਮਤਲਬ ਤੋਂ ਮੇਰੇ ਮੁੰਡੇ 'ਤੇ ਦੋਸ਼ ਨਾ ਲਗਾ, ਨਹੀਂ ਤਾਂ ਚੰਗਾ ਨਹੀਂ ਹੋਵੇਗਾ।" ਉਹ ਔਰਤ ਅੱਗੇ ਵੱਧ ਕੇ ਮੇਰੀ ਸੱਸ ਨੂੰ ਬੋਲੀ, "ਕੀ ਕਰ ਲਵੇਂਗੀ ਤੂੰ?" ਇੰਨੇ ਵਿੱਚ ਮੇਰਾ ਦਿਓਰ ਵੀ ਕਮਰੇ ਤੋਂ ਬਾਹਰ ਆ ਗਿਆ। ਉਸਨੇ ਮੇਰੀ ਸੱਸ ਨੂੰ ਬੜੇ ਹੀ ਧੀਮੇ ਅੰਦਾਜ਼ ਵਿੱਚ ਕਿਹਾ, "ਮੰਮੀ, ਤੁਸੀਂ ਕਿਉਂ ਉਲਝ ਰਹੇ ਹੋ ਇਹਨਾਂ ਨਾਲ?" ਤਾਂ ਉਹ ਔਰਤ ਉਸ 'ਤੇ ਝਪਟ ਪਈ, "ਇਹ ਨਾਟਕ ਬੰਦ ਕਰ ਦੇ ਬੇਸ਼ਰਮ ਇਨਸਾਨ। ਮੇਰੇ ਮੁੰਡੇ ਨੂੰ ਤੂੰ ਮੰਜੇ ਨਾਲ ਲਾ ਦਿੱਤਾ ਹੈ। ਆਂਟੀ ਜੀ, ਯਕੀਨ ਕਰੋ, ਅੱਜ ਤੱਕ ਮੇਰੇ ਕਲੀਨਿਕ ਤੋਂ ਕੋਈ ਇਸ ਤਰ੍ਹਾਂ ਨਹੀਂ ਗਿਆ। ਮੈਂ ਤਾਂ ਲੋਕਾਂ ਦੀ ਮਦਦ ਕਰਦਾ ਹਾਂ। ਮੇਰਾ ਕੰਮ ਇਲਾਜ ਕਰਨਾ ਹੈ, ਬਿਮਾਰ ਕਰਨਾ ਨਹੀਂ। ਤੁਹਾਡੇ ਬੇਟੇ ਨੂੰ ਸ਼ਾਇਦ ਕਿਸੇ ਹੋਰ ਕਾਰਨ ਕਰਕੇ ਅਜਿਹਾ ਹੋਇਆ ਹੋਵੇਗਾ। ਤੁਸੀਂ ਉਸਨੂੰ ਮੇਰੇ ਕੋਲ ਲੈ ਆਓ, ਮੈਂ ਉਸਨੂੰ ਠੀਕ ਕਰ ਦੇਵਾਂਗਾ।" ਮੇਰੇ ਦਿਓਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਉਹ ਔਰਤ ਕੁਝ ਠੰਡੀ ਹੋ ਗਈ ਅਤੇ ਕਹਿਣ ਲੱਗੀ, "ਠੀਕ ਹੈ, ਮੈਂ ਆਪਣੇ ਬੱਚੇ ਨੂੰ ਤੇਰੇ ਕੋਲ ਲੈ ਆਵਾਂਗੀ, ਪਰ ਜੇਕਰ ਉਹ ਠੀਕ ਨਾ ਹੋਇਆ ਫੇਰ?" ਮੇਰਾ ਦਿਓਰ ਬੋਲਿਆ, "ਤਾਂ ਫਿਰ ਤੁਸੀਂ ਜੋ ਚਾਹੇ ਮੇਰੇ ਤੋਂ ਜੁਰਮਾਨਾ ਲੈ ਲਿਓ। ਮੈਨੂੰ ਪਤਾ ਹੈ ਉਹ ਮੇਰੇ ਕੋਲ ਆ ਕੇ ਠੀਕ ਹੋ ਜਾਵੇਗਾ।" ਅੱਧੇ ਘੰਟੇ ਬਾਅਦ ਉਹ ਔਰਤ ਆਪਣੇ ਬੱਚੇ ਨੂੰ ਲੈ ਆਈ। ਉਸਦੀਆਂ ਅੱਖਾਂ ਬੰਦ ਸਨ ਅਤੇ ਉਹ ਜ਼ੋਰ-ਜ਼ੋਰ ਨਾਲ ਚੀਕ ਰਿਹਾ ਸੀ, ਪਰ ਮੇਰੇ ਦਿਓਰ ਦੇ ਕਮਰੇ ਵਿੱਚ ਜਾਂਦੇ ਹੀ ਉਸਦੀਆਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ। ਹੁਣ ਉਹ ਆਰਾਮ ਨਾਲ ਸੋ ਰਿਹਾ ਸੀ। ਮੇਰੀ ਸੱਸ ਨੇ ਜਦੋਂ ਇਹ ਦੇਖਿਆ ਤਾਂ ਉਹ ਉਸ ਔਰਤ ਨੂੰ ਕਹਿਣ ਲੱਗੀ, "ਦੇਖ ਲੈ, ਤੂੰ ਮੇਰੇ ਮੁੰਡੇ ਨੂੰ ਬੇਸ਼ਰਮ ਅਤੇ ਹੋਰ ਪਤਾ ਨਹੀਂ ਕੀ-ਕੀ ਕਹਿ ਰਹੀ ਸੀ। ਇਸਨੇ ਤੁਰੰਤ ਹੀ ਤੇਰੇ ਮੁੰਡੇ ਦਾ ਇਲਾਜ ਕਰ ਦਿੱਤਾ।" ਉਹ ਔਰਤ ਮੇਰੇ ਦਿਓਰ ਤੋਂ ਮਾਫ਼ੀ ਮੰਗ ਕੇ ਉੱਥੋਂ ਚਲੀ ਗਈ, ਪਰ ਮੈਂ ਇਸ ਸਭ ਦੀ ਜੜ ਜਾਣਨਾ ਚਾਹੁੰਦੀ ਸੀ।
ਅੱਜ ਤੱਕ ਮੈਂ ਬਹੁਤ ਸਾਰੇ ਡਾਕਟਰਾਂ ਨੂੰ ਦੇਖਿਆ ਸੀ ਜੋ ਕਿਸੇ ਦਾ ਵੀ ਇਲਾਜ ਕਰਨ ਲਈ ਬਹੁਤ ਦੇਰ ਲਗਾਉਂਦੇ ਸਨ ਅਤੇ ਦਵਾਈਆਂ ਵੀ ਦਿੰਦੇ ਸਨ, ਪਰ ਮੇਰੇ ਦਿਓਰ ਦੀ ਇੱਕ ਹੀ ਦਵਾਈ ਨਾਲ ਸਾਰੇ ਰੋਗ ਠੀਕ ਹੋ ਜਾਂਦੇ ਸਨ। ਮੈਂ ਇਸ ਗੱਲ ਤੇ ਬੜਾ ਔਖਾ ਯਕੀਨ ਕਰ ਰਹੀ ਸੀ, ਪਰ ਜੇਕਰ ਯਕੀਨ ਕੀਤਾ ਵੀ ਜਾਵੇ ਤਾਂ ਫਿਰ ਮੇਰੇ ਪਤੀ ਦਾ ਇਲਾਜ ਕਿਉਂ ਨਹੀਂ ਕੀਤਾ ਜਾਂਦਾ, ਜਿਸ ਦੀ ਇੱਕ ਲੱਤ ਖਰਾਬ ਹੈ ਅਤੇ ਲੱਕੜੀ ਦੀ ਟੰਗ ਨਾਲ ਵੀ ਉਹ ਚੰਗੀ ਤਰ੍ਹਾਂ ਚੱਲ ਨਹੀਂ ਪਾਉਂਦਾ। ਇਸ ਦੇ ਬਾਵਜੂਦ ਵੀ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਆਪਣੇ ਦਿਓਰ ਬਾਰੇ ਸੋਚਣ ਲੱਗੀ, ਜੋ ਆਪਣੇ ਭਾਈ ਦੇ ਪ੍ਰਤੀ ਕਠੋਰ ਦਿਲ ਹੋ ਗਿਆ ਸੀ। ਉਸਨੇ ਕਦੇ ਇਹ ਨਹੀਂ ਸੋਚਿਆ ਕਿ ਆਪਣੇ ਭਾਈ ਦਾ ਵੀ ਇਲਾਜ ਕਰ ਦੇਵੇ। ਉਸ ਤੋਂ ਪਹਿਲਾਂ ਕਿ ਮੈਂ ਆਪਣੇ ਦਿਓਰ ਨਾਲ ਗੱਲ ਕਰਦੀ, ਮੈਂ ਸੋਚਿਆ ਕਿ ਪਹਿਲਾਂ ਆਪਣੇ ਪਤੀ ਨੂੰ ਹੀ ਪੁੱਛ ਲਵਾਂ। ਹੋ ਸਕਦਾ ਹੈ ਇਸ ਦੀ ਕੋਈ ਵਜ੍ਹਾ ਹੋਵੇ, ਜਾਂ ਫਿਰ ਉਸ ਕੋਲ ਇਸ ਬਿਮਾਰੀ ਦਾ ਇਲਾਜ ਹੀ ਨਾ ਹੋਵੇ। ਸ਼ਾਮ ਨੂੰ ਜਦੋਂ ਉਹ ਘਰ ਆਏ ਤਾਂ ਮੈਂ ਕਿਹਾ, ਮੇਰੀ ਗੱਲ ਸੁਣੋ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਆਪਣੇ ਭਾਈ ਤੋਂ ਆਪਣੀ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੀਦਾ ਹੈ? ਮੇਰੀ ਗੱਲ ਤੇ ਇਹਨਾਂ ਨੇ ਮੇਰੇ ਵੱਲ ਵੇਖਿਆ ਅਤੇ ਕਿਹਾ, ਨਹੀਂ ਜੀਤੋ, ਮੈਨੂੰ ਨਹੀਂ ਲੱਗਦਾ ਕਿ ਮੇਰਾ ਭਾਈ ਮੇਰਾ ਇਲਾਜ ਕਰ ਸਕਦਾ ਹੈ, ਅਤੇ ਜੇਕਰ ਕਰ ਵੀ ਸਕਦਾ ਹੋਇਆ ਤਾਂ ਮੇਰਾ ਇਲਾਜ ਕਦੋਂ ਕਰੇਗਾ? ਉਹ ਤਾਂ ਸਾਰਾ ਦਿਨ ਆਪਣੇ ਗ੍ਰਾਹਕਾਂ ਵਿੱਚ ਬਿਜ਼ੀ ਰਹਿੰਦਾ ਹੈ। ਮੈਂ ਉਸਨੂੰ ਜਦੋਂ ਵੀ ਕਿਹਾ, ਉਸਨੇ ਮੈਨੂੰ ਇੱਕ ਵਾਰ ਵੀ ਚੈੱਕ ਨਹੀਂ ਕੀਤਾ। ਕਹਿੰਦਾ ਹੈ ਕਿ ਤੁਸੀਂ ਬਿਲਕੁਲ ਠੀਕ ਹੋ, ਇਹ ਜੋ ਵੀ ਹੋਇਆ ਉਹ ਬਸ ਰੱਬ ਦੀ ਮਰਜ਼ੀ ਸੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਪਰੇਸ਼ਾਨ ਹੋ ਜਾਂਦਾ ਹਾਂ। ਮੈਂ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਹੋਰ ਵੀ ਜ਼ਿਆਦਾ ਫਿਕਰਮੰਦ ਹੋ ਗਈ। ਮੈਨੂੰ ਨਹੀਂ ਪਤਾ ਸੀ ਕਿ ਮੇਰਾ ਦਿਓਰ ਮੇਰੇ ਪਤੀ ਦਾ ਇਲਾਜ ਕਿਉਂ ਨਹੀਂ ਕਰਦਾ ਸੀ। ਮੇਰੇ ਪਤੀ ਨੇ ਵੀ ਜਿੱਦ ਫੜ ਲਈ ਸੀ ਕਿ ਉਹ ਕਦੇ ਵੀ ਇਸ ਗੱਲ ਲਈ ਆਪਣੇ ਛੋਟੇ ਭਾਈ ਦੀ ਮਿੰਨਤ ਨਹੀਂ ਕਰੇਗਾ ਕਿ ਉਹ ਉਸ ਦਾ ਇਲਾਜ ਕਰ ਦੇਵੇ, ਕਿਉਂਕਿ ਜਦੋਂ ਵੀ ਉਹਨਾਂ ਨੇ ਇਸ ਬਾਰੇ ਵਿੱਚ ਗੱਲ ਕੀਤੀ ਤਾਂ ਉਸਨੇ ਇਹੀ ਕਿਹਾ ਕਿ ਮੇਰੇ ਕੋਲ ਟਾਈਮ ਦੀ ਘਾਟ ਹੈ, ਜਦੋਂ ਕਿ ਮੈਂ ਕੁਝ ਹੋਰ ਹੀ ਸੋਚ ਰਹੀ ਸੀ। ਜੇਕਰ ਉਹ ਸਾਡੇ ਤੋਂ ਪੈਸੇ ਲੈ ਕੇ ਮੇਰੇ ਪਤੀ ਦਾ ਇਲਾਜ ਕਰ ਦੇਵੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਸੀ, ਕਿਉਂਕਿ ਘਰ ਵਿੱਚ ਹਜ਼ਾਰਾਂ ਰੁਪਏ ਮੇਰੇ ਦਿਓਰ ਕਰਕੇ ਹੀ ਆਉਂਦੇ ਸਨ। ਪਰ ਮੇਰੇ ਕੋਲ ਵੀ ਤਾਂ ਹਜ਼ਾਰਾਂ ਦੇ ਗਹਿਣੇ ਸਨ, ਜਿਨ੍ਹਾਂ ਨੂੰ ਵੇਚ ਕੇ ਮੈਂ ਆਪਣੇ ਪਤੀ ਦਾ ਇਲਾਜ ਕਰਵਾ ਸਕਦੀ ਸੀ। ਅਗਲੇ ਹੀ ਦਿਨ ਮੈਂ ਆਪਣੇ ਦਿਓਰ ਨਾਲ ਗੱਲ ਕਰਨ ਦਾ ਫੈਸਲਾ ਕੀਤਾ। ਮੈਂ ਉਹਨਾਂ ਦੀ ਪਹਿਲਾਂ ਖੂਬ ਸੇਵਾ ਕੀਤੀ ਤਾਂ ਜੋ ਖੁਸ਼ ਹੋ ਕੇ ਮੇਰੀ ਗੱਲ ਜਲਦੀ ਮੰਨੇ। ਸਾਡੇ ਗੁਆਂਢ ਵਿੱਚ ਇੱਕ ਬਹੁਤ ਸੋਹਣੀ ਕੁੜੀ ਰਹਿੰਦੀ ਸੀ। ਮੈਂ ਸੋਚਿਆ ਕਿ ਆਪਣੇ ਦਿਓਰ ਦਾ ਵਿਆਹ ਵੀ ਉਸ ਨਾਲ ਕਰਵਾ ਦੇਵਾਂਗੀ। ਇਹ ਗੱਲ ਮੈਂ ਆਪਣੀ ਸੱਸ ਦੇ ਕੰਨਾਂ ਵਿੱਚ ਪਾ ਦਿੱਤੀ ਅਤੇ ਮੇਰਾ ਦਿਓਰ ਵੀ ਖੁਸ਼ ਹੋ ਗਿਆ। ਮੈਂ ਸੋਚਿਆ ਕਿ ਹੁਣ ਤਾਂ ਮੇਰੀ ਗੱਲ ਜ਼ਰੂਰ ਮੰਨਣਗੇ। ਉਂਝ ਵੀ ਗੱਲ ਤਾਂ ਉਹਨਾਂ ਦੇ ਵੱਡੇ ਭਾਈ ਦੇ ਇਲਾਜ ਦੀ ਹੀ ਸੀ। ਮੈਂ ਕਿਹੜਾ ਆਪਣੇ ਲਈ ਕੁਝ ਮੰਗ ਰਹੀ ਸੀ। ਅਗਲੇ ਦਿਨ ਮੈਂ ਆਪਣਾ ਮੁੱਦਾ ਉਹਨਾਂ ਦੇ ਸਾਹਮਣੇ ਪੇਸ਼ ਕੀਤਾ। ਮੈਂ ਆਪਣੇ ਦਿਓਰ ਨੂੰ ਕਿਹਾ, ਤੁਸੀਂ ਮੇਰੇ ਛੋਟੇ ਭਾਈ ਵਰਗੇ ਹੋ। ਤੁਹਾਨੂੰ ਤਾਂ ਪਤਾ ਹੀ ਹੈ ਕਿ ਔਰਤ ਲਈ ਉਸਦਾ ਪਤੀ ਕਿੰਨੀ ਅਹਿਮੀਅਤ ਰੱਖਦਾ ਹੈ। ਮੈਂ ਉਹਨਾਂ ਦੀ ਬਿਮਾਰੀ ਦੇਖ ਕੇ ਦਿਲ ਹੀ ਦਿਲ ਵਿੱਚ ਪਰੇਸ਼ਾਨ ਰਹਿੰਦੀ ਹਾਂ। ਤੁਹਾਡੀਆਂ ਦਵਾਈਆਂ ਨਾਲ ਲੋਕਾਂ ਨੂੰ ਆਰਾਮ ਮਿਲਦਾ ਹੈ, ਤੁਸੀਂ ਆਪਣੇ ਭਾਈ ਦਾ ਇਲਾਜ ਕਿਉਂ ਨਹੀਂ ਕਰਦੇ? ਮੈਨੂੰ ਉਹਨਾਂ ਦੀ ਅਪੰਗਤਾ ਤੋਂ ਕੋਈ ਦਿੱਕਤ ਨਹੀਂ ਹੈ, ਪਰ ਉਹਨਾਂ ਨੂੰ ਤਕਲੀਫ ਵਿੱਚ ਦੇਖ ਕੇ ਮੈਨੂੰ ਤਕਲੀਫ ਹੁੰਦੀ ਹੈ। ਤੁਸੀਂ ਉਹਨਾਂ ਦਾ ਇਲਾਜ ਕਰੋ। ਹਜ਼ਾਰਾਂ ਲੋਕ ਤੁਹਾਡੇ ਕੋਲੋਂ ਠੀਕ ਹੋ ਕੇ ਜਾਂਦੇ ਹਨ। ਮੇਰੇ ਸਾਹਮਣੇ ਜੋ ਮੁੰਡਾ ਲੰਗੜਾਉਂਦਾ ਹੋਇਆ ਤੁਹਾਡੇ ਕੋਲ ਆਇਆ ਸੀ, ਉਹ ਚੱਲਦਾ ਫਿਰਦਾ ਘਰ ਗਿਆ ਹੈ। ਇਹ ਸਭ ਦੇਖ ਕੇ ਮੈਨੂੰ ਤੁਹਾਡੇ ਗੁਣਾਂ ਤੇ ਵਿਸ਼ਵਾਸ ਹੋ ਗਿਆ ਹੈ। ਤੁਸੀਂ ਕਿਰਪਾ ਕਰਕੇ ਮੇਰੇ ਪਤੀ ਦਾ ਵੀ ਇਲਾਜ ਕਰ ਦੇਵੋ। ਮੇਰੇ ਪਤੀ ਹੋਣ ਤੋਂ ਪਹਿਲਾਂ ਉਹ ਤੁਹਾਡਾ ਭਾਈ ਵੀ ਤਾਂ ਹੈ। ਮੈਂ ਖੁਸ਼ਾਮਦ ਕੀਤੀ, ਪਰ ਮੇਰੇ ਦਿਓਰ ਤੇ ਕੋਈ ਅਸਰ ਨਹੀਂ ਹੋਇਆ। ਭਾਬੀ ਜੀ, ਤੁਸੀਂ ਇੱਥੋਂ ਚਲੇ ਜਾਵੋ। ਮੈਂ ਤੁਹਾਡੀ ਇੱਜ਼ਤ ਕਰਦਾ ਹਾਂ, ਪਰ ਤੁਹਾਡੀ ਇਹ ਗੱਲ ਨਹੀਂ ਮੰਨ ਸਕਦਾ। ਪਰ ਕਿਉਂ ਨਹੀਂ ਮੰਨ ਸਕਦੇ? ਉਹ ਤੁਹਾਡਾ ਵੱਡਾ ਭਾਈ ਹੈ। ਕੀ ਤੁਹਾਨੂੰ ਥੋੜ੍ਹਾ ਜਿਹਾ ਵੀ ਅਹਿਸਾਸ ਨਹੀਂ ਹੈ? ਜਾਂ ਫਿਰ ਤੁਹਾਡੇ ਦੋਨਾਂ ਵਿੱਚ ਕੋਈ ਦੁਸ਼ਮਣੀ ਹੈ? ਕੋਈ ਦੁਸ਼ਮਣੀ ਨਹੀਂ ਹੈ। ਮੈਂ ਭਾਈ ਦੀ ਇੱਜ਼ਤ ਕਰਦਾ ਹਾਂ। ਉਹ ਮੈਨੂੰ ਚੰਗੇ ਲੱਗਦੇ ਹਨ। ਉਹਨਾਂ ਨੇ ਬਾਪ ਬਣ ਕੇ ਮੈਨੂੰ ਪਾਲਿਆ ਹੈ। ਪਰ ਹਾਲੇ ਇਹ ਮੁਮਕਿਨ ਨਹੀਂ ਹੈ। ਪਰ ਕਿਉਂ ਮੁਮਕਿਨ ਨਹੀਂ ਹੈ? ਮੈਂ ਬਹਿਸ ਕੀਤੀ ਤਾਂ ਉਸਨੇ ਮੈਨੂੰ ਕਮਰੇ ਵਿੱਚੋਂ ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾ। ਮੈਨੂੰ ਬਹੁਤ ਬੁਰਾ ਲੱਗਿਆ ਅਤੇ ਮੈਂ ਕਿਹਾ, ਤੂੰ ਇਹ ਸਭ ਕੁਝ ਪੈਸਿਆਂ ਲਈ ਕਰ ਰਿਹਾ ਹੈ ਨਾ? ਬਾਕੀ ਮਰੀਜ਼ ਤੈਨੂੰ ਪੈਸੇ ਦਿੰਦੇ ਹਨ, ਪਰ ਤੇਰਾ ਭਾਈ ਤੈਨੂੰ ਕੁਝ ਨਹੀਂ ਦੇ ਸਕਦਾ। ਸ਼ਾਇਦ ਇਹੀ ਕਾਰਨ ਹੋਵੇਗਾ। ਉਸਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਮੈਂ ਰੋਂਦੀ ਹੋਈ ਕਮਰੇ ਵਿੱਚੋਂ ਬਾਹਰ ਆ ਗਈ। ਮੈਂ ਸੋਚਿਆ ਕਿ ਹੁਣ ਇਸ ਦੀ ਪੈਸਿਆਂ ਦੀ ਭੁੱਖ ਵੀ ਪੂਰੀ ਕਰਕੇ ਰਹਾਂਗੀ। ਜੇਕਰ ਪੈਸੇ ਲੈ ਕੇ ਉਹ ਮੇਰੇ ਪਤੀ ਦਾ ਇਲਾਜ ਕਰ ਦੇਵੇ ਤਾਂ ਇਸ ਤੋਂ ਚੰਗੀ ਹੋਰ ਕੀ ਗੱਲ ਹੋ ਸਕਦੀ ਹੈ। ਮੈਨੂੰ ਤਾਂ ਆਪਣੇ ਪਤੀ ਦੀ ਸਿਹਤ ਤੋਂ ਮਤਲਬ ਸੀ। ਅਗਲੇ ਦਿਨ ਮੈਂ ਆਪਣੀ ਸੱਸ ਨਾਲ ਆਪਣੇ ਪੇਕੇ ਜਾਣ ਦੀ ਗੱਲ ਕੀਤੀ। ਅਸਲ ਵਿੱਚ ਮੇਰੇ ਸਾਰੇ ਗਹਿਣੇ ਮੇਰੀ ਸੱਸ ਕੋਲ ਹੀ ਸਨ। ਇਹਨਾਂ ਨੇ ਇੱਕ ਵੀ ਚੀਜ਼ ਮੈਨੂੰ ਪਾਉਣ ਲਈ ਨਹੀਂ ਦਿੱਤੀ ਸੀ। ਮੈਂ ਪੇਕੇ ਜਾਣ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਚਿੰਤਾ ਹੋ ਗਈ। ਮੇਰੀ ਸੱਸ ਬੋਲੀ, ਨਵੀਂ ਬਹੂ ਇਸ ਤਰ੍ਹਾਂ ਖਾਲੀ ਹੱਥ ਅਤੇ ਖਾਲੀ ਕੰਨ ਜਾਵੇ ਤਾਂ ਚੰਗਾ ਨਹੀਂ ਹੁੰਦਾ। ਲੈ ਤੂੰ ਇਹ ਕੁਝ ਅੰਗੂਠੀਆਂ ਅਤੇ ਚੂੜੀਆਂ ਪਾ ਲੈ। ਸੱਸ ਨੇ ਮੇਰੇ ਸੋਨੇ ਦੇ ਗਹਿਣੇ ਮੈਨੂੰ ਦਿੰਦੇ ਹੋਏ ਕਿਹਾ। ਮੈਂ ਫਟਾਫਟ ਉਹ ਫੜ ਲਏ ਅਤੇ ਕਿਹਾ, ਠੀਕ ਹੈ ਮੰਮੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਮੈਂ ਇਹੀ ਪਾ ਕੇ ਜਾਵਾਂਗੀ, ਸਭ ਦੇਖ ਕੇ ਖੁਸ਼ ਹੋਣਗੇ। ਮੈਂ ਇਹ ਗੱਲ ਕਹਿ ਦਿੱਤੀ ਸੀ, ਪਰ ਅਸਲ ਮੇਰਾ ਇਰਾਦਾ ਕੁਝ ਹੋਰ ਸੀ। ਮੈਂ ਗਹਿਣੇ ਆਪਣੇ ਦਿਓਰ ਨੂੰ ਦੇ ਕੇ ਆਪਣੇ ਪਤੀ ਦਾ ਇਲਾਜ ਕਰਵਾਵਾਂਗੀ ਅਤੇ ਮੈਂ ਇਹ ਗਹਿਣੇ ਲੈ ਕੇ ਉਸਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਜਿੱਥੇ ਸਭ ਮਰੀਜ਼ਾਂ ਦਾ ਇਲਾਜ ਹੁੰਦਾ ਸੀ। ਮੇਰਾ ਦਿਓਰ ਬਾਹਰ ਆਇਆ। ਉਹ ਬਹੁਤ ਗੁੱਸੇ ਵਿੱਚ ਲੱਗ ਰਿਹਾ ਸੀ। ਭਾਬੀ, ਮੈਂ ਹਲੇ ਮਰੀਜ਼ਾਂ ਦਾ ਇਲਾਜ ਕਰ ਰਿਹਾ ਹਾਂ, ਤੁਸੀਂ ਕਿਉਂ ਆਏ ਹੋ? ਕਿਰਪਾ ਕਰਕੇ ਇੱਥੋਂ ਜਾਓ। ਮੈਂ ਮਜਬੂਰੀ ਵਿੱਚ ਉੱਥੋਂ ਆ ਗਈ, ਪਰ ਮਰੀਜ਼ਾਂ ਦੇ ਜਾਂਦੇ ਹੀ ਉਸ ਕੋਲ ਦੁਬਾਰਾ ਚਲੀ ਗਈ। ਮੈਂ ਉਹ ਗਹਿਣੇ ਉਸਦੀ ਝੋਲੀ ਵਿੱਚ ਰੱਖ ਦਿੱਤੇ ਅਤੇ ਕਿਹਾ, ਰੱਬ ਦੇ ਵਾਸਤੇ ਤੂੰ ਮੇਰੇ ਪਤੀ ਦਾ ਇਲਾਜ ਕਰ ਦੇ। ਮੈਂ ਆਪਣੀ ਸਾਰੀ ਪੂੰਜੀ ਤੈਨੂੰ ਦੇ ਰਹੀ ਹਾਂ। ਮੇਰੇ ਕੋਲ ਹੋਰ ਕੁਝ ਨਹੀਂ ਹੈ। ਇਹ ਮੇਰੇ ਵਿਆਹ ਦੀ ਨਿਸ਼ਾਨੀ ਹੈ। ਤੂੰ ਇਸਨੂੰ ਵੇਚ ਕੇ ਪੈਸੇ ਲੈ ਲੈ, ਪਰ ਮੇਰੇ ਪਤੀ ਨੂੰ ਵੀ ਉਹ ਦਵਾਈ ਦੇ ਦੇ ਜਿਸ ਨਾਲ ਤੂੰ ਲੋਕਾਂ ਦਾ ਇਲਾਜ ਕਰਦਾ ਹੈ। ਮੇਰੀ ਗੱਲ ਸੁਣ ਕੇ ਵੀ ਉਸ 'ਤੇ ਕੋਈ ਅਸਰ ਨਹੀਂ ਹੋਇਆ। ਭਾਬੀ, ਲੈ ਜਾਓ ਇਹ ਗਹਿਣੇ, ਮੈਨੂੰ ਇਹਨਾਂ ਤੋਂ ਕੋਈ ਮਤਲਬ ਨਹੀਂ ਹੈ। ਮੈਂ ਤੁਹਾਨੂੰ ਕਹਿ ਦਿੱਤਾ ਹੈ ਕਿ ਮੈਂ ਭਾਈ ਦਾ ਇਲਾਜ ਨਹੀਂ ਕਰ ਸਕਦਾ। ਇਹ ਕਹਿ ਕੇ ਉਸਨੇ ਮੇਰੇ ਵੱਲ ਪਿੱਠ ਕਰ ਲਈ। ਮੈਂ ਹੈਰਾਨ ਸੀ ਕਿ ਕੋਈ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਹੈ, ਪਰ ਜਿਵੇਂ ਹੀ ਉਹ ਪਿੱਛੇ ਮੁੜਿਆ ਤਾਂ ਮੇਰੀ ਨਜ਼ਰ ਉਹਨਾਂ ਗੋਲੀਆਂ 'ਤੇ ਪਈ ਜੋ ਉਸਨੇ ਆਪਣੇ ਕਮਰੇ ਵਿੱਚ ਰੱਖੀਆਂ ਹੋਈਆਂ ਸਨ। ਇਹ ਉਹੀ ਗੋਲੀਆਂ ਸਨ ਜੋ ਉਹ ਲੋਕਾਂ ਨੂੰ ਘੋਲ ਕੇ ਪਿਲਾਉਂਦਾ ਸੀ ਅਤੇ ਲੋਕ ਠੀਕ ਹੋ ਜਾਂਦੇ ਸਨ। ਮੈਂ ਚੋਰੀ ਛੁਪੇ ਇੱਕ ਪੱਤਾ ਚੁੱਕ ਲਿਆ ਅਤੇ ਕਮਰੇ ਵਿੱਚੋਂ ਬਾਹਰ ਆ ਗਈ। ਮੇਰੇ ਗਹਿਣੇ ਵੀ ਬਚ ਗਏ ਅਤੇ ਮੇਰੇ ਕੋਲ ਦਵਾਈ ਵੀ ਆ ਗਈ। ਇਹ ਸੋਚ ਕੇ ਮੈਂ ਖੁਸ਼ ਹੋ ਰਹੀ ਸੀ। ਪੇਕੇ ਜਾਣ ਤੋਂ ਪਹਿਲਾਂ ਮੈਂ ਸੋਚਿਆ ਕਿ ਮੈਂ ਆਪਣੇ ਪਤੀ ਨੂੰ ਇੱਕ ਗੋਲੀ ਖਿਲਾ ਦੇਵਾਂਗੀ। ਕੀ ਪਤਾ ਉਹਨਾਂ ਨੂੰ ਇਸ ਗੋਲੀ ਦਾ ਅਸਰ ਹੋ ਜਾਵੇ। ਸ਼ਾਮ ਨੂੰ ਜਦੋਂ ਉਹ ਘਰ ਆਏ ਤਾਂ ਮੈਂ ਪਾਣੀ ਵਿੱਚ ਇੱਕ ਗੋਲੀ ਘੋਲ ਕੇ ਉਹਨਾਂ ਨੂੰ ਪਿਲਾ ਦਿੱਤੀ, ਪਰ ਹਾਲੇ ਥੋੜ੍ਹੀ ਹੀ ਦੇਰ ਹੋਈ ਸੀ ਕਿ ਉਹਨਾਂ ਦੀ ਤਬੀਅਤ ਖਰਾਬ ਹੋਣ ਲੱਗੀ। ਉਹਨਾਂ ਨੂੰ ਚੱਕਰ ਆਉਣ ਲੱਗੇ। ਉਹ ਆਪਣਾ ਸਿਰ ਫੜ ਕੇ ਬੋਲੇ, ਜੀਤੋ, ਤੂੰ ਮੈਨੂੰ ਕੀ ਪਿਲਾ ਦਿੱਤਾ ਹੈ? ਮੈਨੂੰ ਬਹੁਤ ਅਜੀਬ ਲੱਗ ਰਿਹਾ ਹੈ। ਇਹ ਕਹਿੰਦੇ ਉਹ ਬੇਹੋਸ਼ ਹੋ ਗਏ। ਮੇਰੇ ਤਾਂ ਹੱਥ ਪੈਰ ਫੁੱਲਣ ਲੱਗੇ। ਮੈਂ ਚੀਕਾਂ ਮਾਰਨ ਲੱਗੀ ਅਤੇ ਮੇਰੀ ਸੱਸ ਵੀ ਮੇਰੇ ਪਤੀ ਕੋਲ ਆ ਗਈ। ਸਭ ਬਹੁਤ ਪਰੇਸ਼ਾਨ ਸਨ। ਮੈਨੂੰ ਪੁੱਛਣ ਲੱਗੇ ਕਿ ਕੀ ਹੋਇਆ ਹੈ। ਮੈਂ ਆਪਣੀ ਪਤੀ ਦੀ ਜਾਨ ਬਚਾਉਣ ਖਾਤਰ ਮੈਂ ਸਭ ਕੁਝ ਸੱਚ ਦੱਸ ਦਿੱਤਾ। ਮੇਰੇ ਦਿਓਰ ਨੇ ਆਪਣਾ ਹੱਥ ਮੱਥੇ 'ਤੇ ਮਾਰਿਆ ਅਤੇ ਬੋਲਿਆ, ਭਾਬੀ, ਇਹ ਤੁਸੀਂ ਕੀ ਕਰ ਦਿੱਤਾ? ਮੈਂ ਤਾਂ ਲੋਕਾਂ ਦਾ ਕੋਈ ਇਲਾਜ ਨਹੀਂ ਕਰਦਾ। ਹਾਂ, ਕੁਝ ਲੋਕ ਨਸ਼ੇ ਦੇ ਆਦੀ ਹਨ ਅਤੇ ਉਹ ਸਾਡੇ ਇਲਾਕੇ ਵਿੱਚ ਰਹਿੰਦੇ ਹਨ, ਪਰ ਜਦੋਂ ਤੋਂ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕੀਤੇ ਹਨ, ਕੋਈ ਵੀ ਬੰਦਾ ਨਸ਼ਾ ਨਹੀਂ ਕਰ ਸਕਦਾ, ਕਿਉਂਕਿ ਨਸ਼ਾ ਲਿਆਉਣ ਵਾਲੇ ਸਾਰੇ ਲੋਕਾਂ 'ਤੇ ਪੁਲਿਸ ਦੀ ਨਜ਼ਰ ਹੈ। ਮੈਂ ਕਿਸੇ ਥਾਂ ਤੋਂ ਇਕੱਠਾ ਨਸ਼ਾ ਲਿਆਇਆ ਸੀ। ਉਹ ਮੈਂ ਆਪਣੇ ਕਮਰੇ ਵਿੱਚ ਰੱਖਿਆ ਹੈ। ਜੋ ਲੋਕ ਆਦੀ ਹਨ, ਇਸ ਆਦਤ ਨੂੰ ਛੱਡ ਨਹੀਂ ਸਕਦੇ, ਉਹ ਮੇਰੇ ਕੋਲ ਆਉਂਦੇ ਹਨ ਅਤੇ ਮੈਂ ਉਹਨਾਂ ਤੋਂ ਪੈਸੇ ਲੈ ਕੇ ਉਹ ਨਸ਼ਾ ਦਿੰਦਾ ਹਾਂ। ਹੁਣ ਮੈਨੂੰ ਕੀ ਪਤਾ ਕਿ ਉਹ ਕੀ ਨਾਟਕ ਕਰਕੇ ਘਰ ਤੋਂ ਆਉਂਦੇ ਹਨ। ਇਹੀ ਕਹਿੰਦੇ ਹਨ ਕਿ ਉਹਨਾਂ ਦੀ ਲੱਤ ਵਿੱਚ ਦਰਦ ਹੈ ਅਤੇ ਮੇਰੇ ਕੋਲ ਆਉਂਦੇ ਹਨ। ਮੈਂ ਉਹਨਾਂ ਨੂੰ ਨਸ਼ਾ ਦਿੰਦਾ ਹਾਂ ਤਾਂ ਉਹ ਆਪਣਾ ਨਾਟਕ ਖਤਮ ਕਰ ਲੈਂਦੇ ਹਨ। ਉਹਨਾਂ ਦੇ ਘਰ ਵਾਲੇ ਵੀ ਖੁਸ਼ ਹੋ ਜਾਂਦੇ ਹਨ। ਇਹ ਸਭ ਮੈਂ ਆਪਣੇ ਵੱਡੇ ਭਾਈ ਲਈ ਹੀ ਕਰ ਰਿਹਾ ਹਾਂ। ਉਹਨਾਂ ਦੀ ਲੱਤ ਦਾ ਆਪਰੇਸ਼ਨ ਹੋਵੇਗਾ, ਜਿਸ ਨਾਲ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ, ਪਰ ਇਹ ਤਾਂ ਹੀ ਹੋ ਸਕੇਗਾ ਜੇਕਰ ਆਪਣੇ ਕੋਲ ਬਹੁਤ ਸਾਰੇ ਪੈਸੇ ਹੋਣਗੇ। ਡਾਕਟਰ ਨੇ ਇਸ ਆਪਰੇਸ਼ਨ ਦੀ ਕੀਮਤ 2 ਲੱਖ ਦੱਸੀ ਹੈ। ਮੈਂ ਰੋਣ ਲੱਗੀ ਅਤੇ ਆਪਣੇ ਦਿਓਰ ਨੂੰ ਕਿਹਾ, ਤੈਨੂੰ ਇਹ ਸਭ ਕਰਨ ਦੀ ਕੀ ਜ਼ਰੂਰਤ ਸੀ? ਤੂੰ ਮੇਰੇ ਗਹਿਣੇ ਲੈ ਅਤੇ ਇਹਨਾਂ ਨੂੰ ਵੇਚ ਦੇ। ਮੈਂ ਆਪਣੇ ਪਤੀ ਦਾ ਇਲਾਜ ਕਰਵਾਉਣਾ ਚਾਹੁੰਦੀ ਹਾਂ। ਮੈਂ ਆਪਣੀ ਸੱਸ ਵੱਲ ਵੇਖਦੇ ਹੋਏ ਕਿਹਾ ਤਾਂ ਉਹ ਵੀ ਖੁਸ਼ ਹੋਈ। ਭਲਾ ਕਿਸੇ ਔਰਤ ਨੂੰ ਗਹਿਣੇ ਆਪਣੇ ਪਤੀ ਨਾਲੋਂ ਜ਼ਿਆਦਾ ਪਿਆਰੇ ਹੋਣਗੇ? ਮੈਂ ਉਹ ਗਹਿਣੇ ਵੇਚ ਦਿੱਤੇ ਅਤੇ ਆਪਣੇ ਦਿਓਰ ਨੂੰ ਵੀ ਉਹ ਕੰਮ ਕਰਨ ਤੋਂ ਮਨ੍ਹਾ ਕੀਤਾ। ਰੱਬ ਦੀ ਦਇਆ ਨਾਲ ਮੇਰੇ ਪਤੀ ਦਾ ਆਪਰੇਸ਼ਨ ਵੀ ਹੋ ਗਿਆ, ਜੋ ਕਿ ਪੂਰੀ ਤਰ੍ਹਾਂ ਕਾਮਯਾਬ ਰਿਹਾ ਅਤੇ ਹੁਣ ਉਹ ਆਪਣੇ ਪੈਰਾਂ 'ਤੇ ਚੱਲਣ ਦੇ ਕਾਬਿਲ ਹੋ ਗਏ ਹਨ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।